पंजाब में सरकार बनेगी तो तीन बड़ी बड़ी चीजें की जाएंगी। आज मैं 3 घोषणाएं कर रहा हूं। ਤੁਸੀਂ ਸਾਨੂੰ ਕਿਸੇ ਵੀ ਆਪਣੇ ਸਾਥੀ ਨਾਲ ਜਿਹੜਾ ਇੱਕ ਰਿਸਪੈਕਟੇਬਲ ਪੋਜੀਸ਼ਨ ਤੇ ਹੋਵੇ ਉਹਦੇ ਨਾਲ ਅਸੀਂ ਡਿਬੇਟ ਵੀ ਕਰਾਂਗੇ ਅਗਰ ਤੁਹਾਡੇ ਕੋਲ ਟਾਈਮ ਨਹੀਂ ਆ, ਲੇਕਿਨ ਤੱਥਾਂ ਦੇ ਉੱਤੇ ਗੱਲ ਕਰਾਂਗੇ। ਸਾਡੇ ਤੁਹਾਨੂੰ 10 ਸਵਾਲ ਆ। ਤੁਹਾਡੀ ਸਰਕਾਰ ਦੇ ਆਉਣ ਤੇ ਕਿੰਨੇ ਕੁ ਹਸਪਤਾਲ ਬਣਾਏ? 13 ਹਸਪਤਾਲ ਬਣ ਰਹੇ ਸੀ 2013 ਦੇ ਵਿੱਚ। ਉਸ ਤੋਂ ਬਾਅਦ ਕੀ ਤੁਸੀਂ ਕੋਈ ਹਸਪਤਾਲ ਬਣਾਇਆ? ਅਗਰ ਇੰਨਾ ਹੀ ਤੁਹਾਡਾ ਹੈਲਥ ਮਾਡਲ ਵਧੀਆ ਸੀ ਤੇ ਲੋਕਾਂ ਨੂੰ ਕਰੋਨਾ ਦੇ ਟਾਈਮ ਦੇ ਵਿੱਚ ਤਰੋ ਕਿਉਂ ਕਰਨੀ ਪਈ? ਤੁਹਾਡੇ ਇੰਨੀਆਂ ਜਾਨਾਂ ਕਿਉਂ ਗਈਆਂ? ਤੁਹਾਡੇ ਡਾਕਟਰ ਕਿੱਥੇ ਗਏ? ਤੁਹਾਡੇ ਮਹੱਲਾ ਕਲੀਨਿਕ ਕਿੱਥੇ ਗਏ? ਤੁਸੀਂ ਐਜੂਕੇਸ਼ਨ ਦੀ ਗੱਲ ਕਰਦੇ ਹੋ, ਐਜੂਕੇਸ਼ਨ ਦੇ ਵਿੱਚ ਪੰਜਾਬ ਦਾ ਪਹਿਲਾ ਨੰਬਰ ਆਇਆ ਸਕੂਲਾਂ ਦਾ। ਤੁਹਾਡੇ ਦਿੱਲੀ ਦੇ ਸਕੂਲ ਕਿੱਥੇ ਗਏ? ਕਿਉਂ ਨਾ ਤੁਹਾਡੇ ਦਿੱਲੀ ਦੇ ਸਕੂਲਾਂ ਨੂੰ ਮਾਨਤਾ ਮਿਲੀ? ਔਰ ਤੁਸੀਂ ਪੰਜਾਬੀਆਂ ਨੂੰ ਬਦਨਾਮ ਕੀਤਾ ਉਦੋਂ ਵੀ ਇਹ ਜਿਹੜਾ ਵਾ ਇਹਨਾਂ ਦੀ ਮਿਲੀ ਭੁਗਤ ਆ। ਤੁਹਾਡੇ ਜਦ ਦਾ ਤੁਹਾਡਾ ਰਾਜ ਆਇਆ ਤੁਸੀਂ ਕਿੰਨੇ ਨਵੇਂ ਕਾਲਜ ਸਥਾਪਿਤ ਕੀਤੇ? ਕਿੰਨੇ ਨਵੇਂ ਤੁਸੀਂ ਬੱਚਿਆਂ ਨੂੰ ਨੌਕਰੀਆਂ ਦਿਵਾਈਆਂ? ਕਿੰਨੇ ਬੱਚਿਆਂ ਨੂੰ ਤੁਸੀਂ ਪਲੇਸਮੈਂਟਸ ਕਰਾਈਆਂ? ਔਰ ਇਹਦਾ ਤੁਸੀਂ ਬਿਊਰਾ ਪੰਜਾਬ ਦੇ ਲੋਕਾਂ ਨੂੰ ਦਿਓ। ਜਦੋਂ ਤੋਂ ਦਿੱਲੀ ਦੀ ਰਾਜਨੀਤੀ ਸੰਭਾਲੀ ਆ ਤੁਸੀਂ ਪੰਜਾਬ ਦੇ ਪਾਣੀਆਂ ਦੇ ਮਸਲੇ ਉੱਤੇ ਆਪਣੇ ਬਿਆਨ ਬਦਲਦੇ ਹੋ। ਤੁਸੀਂ ਪੰਜਾਬ ਦੇ ਪਾਣੀਆਂ ਦੇ ਉੱਤੇ ਸਪਸ਼ਟ ਕਰੋ ਵੀ ਤੁਹਾਡਾ ਕੀ ਸਟੈਂਡ ਆ ਔਰ ਤੁਸੀਂ ਉਸ ਸਟੈਂਡ ਨੂੰ ਕਿੱਥੇ ਤੱਕ ਤੁਸੀਂ ਉਹਨੂੰ ਸਹੀ ਮੰਨਦੇ ਹੋ। ਔਰ ਪੰਜਾਬ ਦਾ ਪਾਣੀਆਂ ਦੇ ਉੱਤੇ ਹੱਕ ਹੈ ਜਾਂ ਹਰਿਆਣੇ ਸੂਬੇ ਦਾ ਹੱਕ ਹੈ? ਤੁਸੀਂ ਇਹਦੇ 'ਤੇ ਜਾਂ ਉਹੀ ਜਿਹੜਾ ਦਿੱਲੀ ਨੂੰ ਪਾਣੀ ਜਾਂਦਾ ਵਾ ਤੁਸੀਂ ਉਹਨੂੰ ਕਿੱਥੋਂ ਤੱਕ ਸਹੀ ਮੰਨਦੇ ਹੋ? ਇਹਦੇ 'ਤੇ ਆਪਣਾ ਜਿਹੜਾ ਸਟੈਂਡ ਆ ਉਹ ਸਪਸ਼ਟ ਕਰੋ। ਦਿੱਲੀ ਦੇ ਮੁੱਖ ਮੰਤਰੀ ਦੀ ਅੱਜ ਦੀ ਪੰਜਾਬ ਫੇਰੀ ਨੇ ਪੰਜਾਬ ਵਿੱਚ ਸਿਆਸਤ ਨੂੰ ਪੂਰੀ ਤਰ੍ਹਾਂ ਭਖਾ ਦਿੱਤਾ ਹੈ। ਵਿਰੋਧੀ ਲਗਾਤਾਰ ਕੇਜਰੀਵਾਲ ਤੇ ਇੱਕ ਤੋਂ ਬਾਅਦ ਇੱਕ ਵਾਰ ਕਰ ਰਹੇ ਨੇ। ਕਾਂਗਰਸੀ ਵਿਧਾਇਕ ਰਾਜਕੁਮਾਰ ਵੇਰਕਾ ਅਤੇ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਬਾਅਦ ਹੁਣ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਕੇਜਰੀਵਾਲ ਨੂੰ ਲੰਮੇ ਹੱਥੀ ਲਿਆ। ਬਰਿੰਦਰ ਸਿੰਘ ਢਿੱਲੋਂ ਨੇ ਕੇਜਰੀਵਾਲ ਨੂੰ ਕਿਸੇ ਵੀ ਸਮੇਂ ਵਿਚਾਰ ਚਰਚਾ ਲਈ ਚੈਲੰਜ ਕੀਤਾ ਹੈ। ਢਿੱਲੋਂ ਨੇ ਦੋਸ਼ ਲਾਇਆ ਕਿ ਕੇਜਰੀਵਾਲ ਪਹਿਲਾਂ ਬਿਨਾਂ ਤੱਥਾਂ ਤੋਂ ਇਲਜ਼ਾਮ ਲਾਉਂਦੇ ਨੇ ਅਤੇ ਫਿਰ ਮੁਆਫੀਆਂ ਮੰਗਦੇ ਨੇ। ਉਹਨਾਂ ਇਸ ਦੌਰਾਨ ਕੇਜਰੀਵਾਲ ਨੂੰ 10 ਵੱਡੇ ਸਵਾਲ ਕੀਤੇ ਨੇ। ਉਹਨਾਂ ਕਿਹਾ ਹੈ ਕਿ ਕੇਜਰੀਵਾਲ ਕਦੇ ਵੀ ਚਾਹਣ ਤਾਂ ਇਹਨਾਂ 10 ਸਵਾਲਾਂ ਦੇ ਜਵਾਬ ਦੇ ਸਕਦੇ ਨੇ। 17 ਚੋਂ ਇਲੈਕਸ਼ਨ ਲੜ ਕੇ ਗਏ ਸੀ ਇੱਥੋਂ, ਉਦੋਂ ਵੀ ਉਹਨਾਂ ਨੇ ਬਹੁਤ ਗੱਲਾਂ ਕੀਤੀਆਂ ਸੀ। ਬਿਕਰਮ ਮਜੀਠੀਆ ਤੋਂ ਮਾਫੀ ਮੰਗੀ, ਉਸ ਤੋਂ ਬਾਅਦ ਉਹ ਭੱਜ ਗਏ ਇੱਥੋਂ। ਸਾਡੇ ਸਿੱਧੀ ਉਹਨਾਂ ਨੂੰ ਅਪੀਲ ਆ ਵੀ ਤੁਸੀਂ ਪੰਜਾਬ 'ਚ ਅਮਨ ਸ਼ਾਂਤੀ ਭੰਗ ਨਾ ਕਰੋ। ਪੰਜਾਬ ਇੱਕ ਬੜੀ ਬਾਰਡਰ ਸੈਂਸਿਟਿਵ ਸਟੇਟ ਆ। ਤੁਸੀਂ ਆ ਕੇ ਪ੍ਰੈਸ ਕਾਨਫਰੰਸ ਕਰਕੇ ਪੰਜਾਬ 'ਚ ਅੱਗ ਲਾ ਕੇ ਵਾਪਸ ਭੱਜ ਜਾਣਾ। ਇਹ ਸ਼ੂਟ ਐਂਡ ਸਕੂਟ ਦੀ ਪੋਲਿਟਿਕਸ ਬੰਦ ਕਰੋ ਔਰ ਆਨਸਰੇਬਿਲਟੀ ਦਿਓ, ਫੈਕਟਸ 'ਤੇ ਗੱਲਾਂ ਕਰੋ। ਸਿਰਫ ਜਿਵੇਂ ਤੁਸੀਂ ਹਰ ਵਾਰ ਬਿਨਾਂ ਤੱਥਾਂ ਤੋਂ ਇਲਜ਼ਾਮ ਲਾ ਕੇ ਭੱਜਦੇ ਹੋ ਤਾਂ ਬਾਅਦ 'ਚ ਮਾਫੀਆਂ ਮੰਗਦੇ ਹੋ, ਉਹੋ ਜਿਹੀ ਰਾਜਨੀਤੀ ਨਾ ਕਰੋ। ਤੁਸੀਂ ਪਹਿਲਾਂ ਵੀ ਇਹ ਪੰਜਾਬ ਨਾਲ ਕਰ ਚੁੱਕੇ ਹੋ, ਤੁਹਾਨੂੰ ਬਾਅਦ 'ਚ ਮਾਫੀਆਂ ਮੰਗਣੀਆਂ ਪਈਆਂ। ਹੁਣ ਦੁਬਾਰਾ ਤੁਸੀਂ ਦੁਬਾਰਾ ਉਹੀ ਰਾਜਨੀਤੀ ਸ਼ੁਰੂ ਕਰ ਰਹੇ ਹੋ। ਸੋ ਸਾਡੀ ਤੁਹਾਨੂੰ ਅਪੀਲ ਆ, ਤੁਸੀਂ ਪੰਜਾਬ ਦੇ ਲੋਕਾਂ ਨੂੰ ਜਿਹੜੀ ਤੁਹਾਡੀ ਆਨਸਰੇਬਿਲਟੀ ਬਣਦੀ ਆ, ਜੋ ਤੁਹਾਡੀ ਜਵਾਬਦੇਹੀ ਬਣਦੀ ਆ, ਤੁਸੀਂ ਸਵਾਲ ਸਰਕਾਰ ਤੋਂ ਪੁੱਛੋ, ਅਸੀਂ ਜਵਾਬ ਦੇਵਾਂਗੇ। ਸਾਨੂੰ ਡਿਬੇਟ 'ਤੇ ਬੁਲਾਉਣਾ, ਅਸੀਂ ਡਿਬੇਟ ਕਰਾਂਗੇ। ਤੁਸੀਂ ਸਾਨੂੰ ਕਿਸੇ ਵੀ ਆਪਣੇ ਸਾਥੀ ਨਾਲ ਜਿਹੜਾ ਇੱਕ ਰਿਸਪੈਕਟੇਬਲ ਪੋਜੀਸ਼ਨ 'ਤੇ ਹੋਵੇ ਉਹਦੇ ਨਾਲ ਅਸੀਂ ਡਿਬੇਟ ਵੀ ਕਰਾਂਗੇ ਅਗਰ ਤੁਹਾਡੇ ਕੋਲ ਟਾਈਮ ਨਹੀਂ ਆ, ਲੇਕਿਨ ਤੱਥਾਂ ਦੇ ਉੱਤੇ ਗੱਲ ਕਰਾਂਗੇ। ਸਾਡੇ ਤੁਹਾਨੂੰ 10 ਸਵਾਲ ਆ। ਸਭ ਤੋਂ ਪਹਿਲਾ ਸਵਾਲ ਵੀ ਕੀ ਤੁਸੀਂ ਪੰਜਾਬ ਦੇ ਜਿਹੜਾ ਬਲਦੀ ਅੱਗ ਸੀਗੀ ਜਦੋਂ ਕਾਨੂੰਨ ਲਾਗੂ ਹੋ ਰਹੇ ਸੀ, ਤੁਸੀਂ ਕਿੱਥੇ ਗਾਇਬ ਸੀ? ਤੁਸੀਂ ਦਿੱਲੀ ਦੇ ਵਿੱਚ ਉਦੋਂ ਉਹਦਾ ਪ੍ਰੋਟੈਸਟ ਕਿਉਂ ਨਹੀਂ ਕੀਤਾ? ਦੂਜੀ ਗੱਲ, ਤੁਸੀਂ ਵਿਧਾਨ ਸਭਾ ਦੇ ਵਿੱਚ ਉਹਨਾਂ ਕਾਨੂੰਨਾਂ ਨੂੰ ਨੋਟੀਫਾਈ ਕਿਉਂ ਕੀਤਾ? ਉਹਦੇ ਨਾਲ ਤੁਸੀਂ ਉਹ ਕਾਨੂੰਨਾਂ ਨੂੰ ਮਾਨਤਾ ਦਿੱਤੀ ਔਰ ਉਹ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਜਦੋਂ ਕਿਸਾਨ ਬਾਰਡਰ 'ਤੇ ਪਹੁੰਚੇ ਉਦੋਂ ਤੁਸੀਂ ਸੁੱਤੇ ਜਾਗੇ। ਉਸ ਤੋਂ ਪਹਿਲਾਂ ਤੁਸੀਂ ਉਸ ਕਾਨੂੰਨ ਨੂੰ ਲੈ ਕੇ ਕਦੀ ਆਵਾਜ਼ ਕਿਉਂ ਨਹੀਂ ਚੱਕੀ? ਕਾਲੇ ਕਾਨੂੰਨਾਂ ਤਿੰਨਾਂ ਦੇ ਖਿਲਾਫ। ਉਸ ਤੋਂ ਬਾਅਦ ਤੀਜਾ ਸਵਾਲ, ਜਦੋਂ ਦਿੱਲੀ ਦੇ ਵਿੱਚ ਤੁਸੀਂ ਹੈਲਥ ਦੀ ਗੱਲ ਕਰਦੇ ਹੋ, ਹੈਲਥ ਮਾਡਲ ਦੀ ਗੱਲ ਕਰਦੇ ਹੋ, ਹਸਪੀਟਲਾਂ ਦੀ ਗੱਲ ਕਰਦੇ ਹੋ, ਤੁਹਾਡੀ ਸਰਕਾਰ ਦੇ ਆਉਣ ਤੇ ਕਿੰਨੇ ਕੁ ਹਸਪਤਾਲ ਬਣਾਏ? 13 ਹਸਪਤਾਲ ਬਣ ਰਹੇ ਸੀ 2013 ਦੇ ਵਿੱਚ। ਉਸ ਤੋਂ ਬਾਅਦ ਕੀ ਤੁਸੀਂ ਕੋਈ ਹਸਪਤਾਲ ਬਣਾਇਆ? ਅਗਰ ਇੰਨਾ ਹੀ ਤੁਹਾਡਾ ਹੈਲਥ ਮਾਡਲ ਵਧੀਆ ਸੀ ਤੇ ਲੋਕਾਂ ਨੂੰ ਕਰੋਨਾ ਦੇ ਟਾਈਮ ਦੇ ਵਿੱਚ ਤਰੋ ਕਿਉਂ ਕਰਨੀ ਪਈ? ਤੁਹਾਡੇ ਇੰਨੀਆਂ ਜਾਨਾਂ ਕਿਉਂ ਗਈਆਂ? ਤੁਹਾਡੇ ਡਾਕਟਰ ਕਿੱਥੇ ਗਏ? ਤੁਹਾਡੇ ਮਹੱਲਾ ਕਲੀਨਿਕ ਕਿੱਥੇ ਗਏ? ਚੌਥਾ ਸਵਾਲ, ਜਦੋਂ ਪੰਜਾਬ ਦੇ ਵਿੱਚ ਲੋਕ ਦਿੱਲੀ ਤੋਂ ਹਸਪੀਟਲਾਂ ਵਾਸਤੇ ਆ ਰਹੇ ਸੀ, ਹਸਪੀਟਲਾਂ ਦੇ ਦਰਵਾਜ਼ੇ ਕੈਪਟਨ ਸਾਹਿਬ ਨੇ ਖੋਲ੍ਹੇ, ਉਹਨਾਂ ਨੇ ਕਿਹਾ ਵੀ ਇੱਥੇ ਆ ਕੇ ਕਰੋ। ਤੁਸੀਂ ਦਿੱਲੀ 'ਚ ਉਦੋਂ ਕਿਉਂ ਫਰਮਾਨ ਜਾਰੀ ਕੀਤਾ ਵੀ ਪੰਜਾਬ ਦੇ ਲੋਕ ਦਿੱਲੀ ਦੇ ਹਸਪਤਾਲਾਂ ਦੀ ਫੈਸਿਲਿਟੀ ਨਹੀਂ ਯੂਜ਼ ਕਰ ਸਕਦੇ? ਕਿਉਂ ਉਦੋਂ
ਤੁਸੀਂ ਪੰਜਾਬ ਦੇ ਲੋਕਾਂ ਨੂੰ ਆਪਣਾ ਨਾਂ ਸਮਝਿਆ, ਹਰਿਆਣਾ ਦੇ ਲੋਕਾਂ ਨੂੰ ਆਪਣਾ ਨਾਂ ਸਮਝਿਆ ਔਰ ਦਿੱਲੀ ਦੇ ਦਰਵਾਜ਼ੇ ਤੁਸੀਂ ਬੰਦ ਕਰਕੇ ਰੱਖਤੇ ਵੀ ਇੱਥੇ ਕੋਈ ਵੀ ਪੰਜਾਬੀ, ਕੋਈ ਵੀ ਹੋਰ ਸੂਬੇ ਤੋਂ ਬੰਦਾ ਇਸ ਸੂਬੇ 'ਚ ਆ ਕੇ ਹਸਪਤਾਲ ਦੀ ਫੈਸਿਲਿਟੀ ਨਾ ਲਊਗਾ। ਉਦੋਂ ਤੁਹਾਨੂੰ ਪੰਜਾਬ ਕਿਉਂ ਨਾ ਯਾਦ ਆਇਆ? ਪੰਜਵਾਂ ਸਵਾਲ, ਆਕਸੀਜਨ ਦੀ ਕਮੀ ਸਾਰੇ ਦੇਸ਼ 'ਚ ਆਈ। ਹਿੰਦੁਸਤਾਨ ਸਰਕਾਰ ਤੋਂ ਤੁਸੀਂ ਲੋੜ ਤੋਂ ਵੱਧ ਬਾਕੀ ਸੂਬਿਆਂ ਦੀ ਆਕਸੀਜਨ ਕਿਉਂ ਮੰਗੀ? ਕਿਉਂ ਤੁਸੀਂ ਉਦੋਂ ਬਾਕੀ ਸੂਬਿਆਂ ਨੂੰ ਭੁੱਲ ਗਏ ਔਰ ਉਦੋਂ ਆਪਣਾ ਸਿਰਫ ਦਿੱਲੀ ਦੀ ਰਾਜਨੀਤੀ ਦੇ ਕਰਨ ਵਾਸਤੇ ਤੁਸੀਂ ਉਦੋਂ ਲੋਕਾਂ ਤੋਂ ਉਹਨਾਂ ਦਾ ਹੱਕ ਮਾਰਿਆ ਔਰ ਉਹਨਾਂ ਤੋਂ ਆਕਸੀਜਨ ਫੈਸਿਲਿਟੀ ਲਿੱਤੀ। ਛੇਵਾਂ ਸਵਾਲ, ਤੁਸੀਂ ਐਜੂਕੇਸ਼ਨ ਦੀ ਗੱਲ ਕਰਦੇ ਹੋ। ਐਜੂਕੇਸ਼ਨ ਦੇ ਵਿੱਚ ਪੰਜਾਬ ਦਾ ਪਹਿਲਾ ਨੰਬਰ ਆਇਆ ਸਕੂਲਾਂ ਦਾ। ਤੁਹਾਡੇ ਦਿੱਲੀ ਦੇ ਸਕੂਲ ਕਿੱਥੇ ਗਏ? ਕਿਉਂ ਨਾ ਤੁਹਾਡੇ ਦਿੱਲੀ ਦੇ ਸਕੂਲਾਂ ਨੂੰ ਮਾਨਤਾ ਮਿਲੀ? ਔਰ ਤੁਸੀਂ ਪੰਜਾਬੀਆਂ ਨੂੰ ਬਦਨਾਮ ਕੀਤਾ ਉਦੋਂ ਵੀ ਇਹ ਜਿਹੜਾ ਵਾ ਇਹਨਾਂ ਦੀ ਮਿਲੀ ਭੁਗਤ ਆ। ਤੁਹਾਡੇ ਜਦ ਦਾ ਤੁਹਾਡਾ ਰਾਜ ਆਇਆ ਤੁਸੀਂ ਕਿੰਨੇ ਨਵੇਂ ਕਾਲਜ ਸਥਾਪਿਤ ਕੀਤੇ, ਕਿੰਨੇ ਨਵੇਂ ਤੁਸੀਂ ਬੱਚਿਆਂ ਨੂੰ ਨੌਕਰੀਆਂ ਦਿਵਾਈਆਂ, ਕਿੰਨੇ ਬੱਚਿਆਂ ਨੂੰ ਤੁਸੀਂ ਪਲੇਸਮੈਂਟਸ ਕਰਾਈਆਂ, ਔਰ ਇਹਦਾ ਤੁਸੀਂ ਬਿਊਰਾ ਪੰਜਾਬ ਦੇ ਲੋਕਾਂ ਨੂੰ ਦਿਓ। ਸਾਡਾ ਸੱਤਵਾਂ ਸਵਾਲ, ਤੁਸੀਂ ਜਦ ਤੋਂ ਦਿੱਲੀ ਦੇ ਵਿੱਚ ਬੈਠੇ ਹੋ, ਜਦੋਂ ਵੀ ਇੱਥੇ ਪਰਾਲੀ ਨੂੰ ਅੱਗ ਲੱਗਦੀ ਆ ਤੁਸੀਂ ਹਮੇਸ਼ਾ ਕਿਸਾਨਾਂ ਨੂੰ ਬਦਨਾਮ ਕਰਦੇ ਹੋ। ਤੁਸੀਂ ਕਹਿੰਦੇ ਹੋ ਪੰਜਾਬ ਦਾ ਧੂੰਆਂ ਗੰਦੇਲਾ ਵਾ, ਪੰਜਾਬ ਦਾ ਧੂੰਆਂ ਦਿੱਲੀ ਦੀ ਆਕਸੀਜਨ ਕਰਦਾ ਵਾ। ਤੁਸੀਂ ਕਿਉਂ ਪੰਜਾਬ ਨੂੰ ਹਰ ਵਾਰ ਬਦਨਾਮ ਕਰਨ ਦੀ ਰਾਜਨੀਤੀ ਕਰਦੇ ਹੋ? ਅੱਠਵਾਂ ਸਵਾਲ, ਤੁਸੀਂ ਜਦੋਂ ਤੋਂ ਦਿੱਲੀ ਦੀ ਰਾਜਨੀਤੀ ਸੰਭਾਲੀ ਆ ਤੁਸੀਂ ਪੰਜਾਬ ਦੇ ਪਾਣੀਆਂ ਦੇ ਮਸਲੇ ਉੱਤੇ ਆਪਣੇ ਬਿਆਨ ਬਦਲਦੇ ਹੋ। ਤੁਸੀਂ ਪੰਜਾਬ ਦੇ ਪਾਣੀਆਂ ਦੇ ਉੱਤੇ ਸਪਸ਼ਟ ਕਰੋ ਵੀ ਤੁਹਾਡਾ ਕੀ ਸਟੈਂਡ ਆ ਔਰ ਤੁਸੀਂ ਉਸ ਸਟੈਂਡ ਨੂੰ ਕਿੱਥੇ ਤੱਕ ਤੁਸੀਂ ਉਹਨੂੰ ਸਹੀ ਮੰਨਦੇ ਹੋ ਔਰ ਪੰਜਾਬ ਦਾ ਪਾਣੀਆਂ ਦੇ ਉੱਤੇ ਹੱਕ ਹੈ ਜਾਂ ਹਰਿਆਣੇ ਸੂਬੇ ਦਾ ਹੱਕ ਹੈ। ਤੁਸੀਂ ਇਹਦੇ ਤੇ ਜਾਂ ਉਹੀ ਜਿਹੜਾ ਦਿੱਲੀ ਨੂੰ ਪਾਣੀ ਜਾਂਦਾ ਵਾ ਤੁਸੀਂ ਉਹਨੂੰ ਕਿੱਥੋਂ ਤੱਕ ਸਹੀ ਮੰਨਦੇ ਹੋ, ਇਹਦੇ ਤੇ ਆਪਣਾ ਜਿਹੜਾ ਸਟੈਂਡ ਆ ਉਹ ਸਪਸ਼ਟ ਕਰੋ। ਨੌਵਾਂ ਸਵਾਲ, ਤੁਸੀਂ ਬਿਕਰਮ ਮਜੀਠੀਆ ਤੋਂ ਮਾਫੀ ਮੰਗੀ, ਅੱਜ ਤੁਸੀਂ ਫਿਰ ਆ ਕੇ ਇੱਥੇ ਜਵਾਬ ਦੇ ਰਹੇ ਹੋ, ਤੁਸੀਂ ਫਿਰ ਸਵਾਲ ਚੱਕ ਰਹੇ ਹੋ। ਕੱਲ੍ਹ ਨੂੰ ਅਗਰ ਇਹ ਗੱਲਾਂ ਝੂਠੀਆਂ ਨਿਕਲਣੀਆਂ ਤੇ ਕੀ ਤੁਸੀਂ ਦੁਬਾਰਾ ਮਾਫੀ ਮੰਗੋਗੇ ਜਾਂ ਤੁਸੀਂ ਇਹ ਵਾਅਦਾ ਕਰਦੇ ਹੋ ਜਿਹੜੀ ਤੁਸੀਂ ਅੱਜ ਇਲਜ਼ਾਮ ਲਾ ਕੇ ਜਾ ਰਹੇ ਹੋ ਜਾਂ ਜਿਹੜੀਆਂ ਤੁਸੀਂ ਗੱਲਾਂ ਕਰਦੇ ਹੋ ਇਹ ਬਿਲਕੁਲ ਤੱਥਾਂ ਦੇ ਆਧਾਰ ਤੇ ਆ ਔਰ ਤੁਹਾਡਾ ਟਾਈਮ ਨਹੀਂ ਵੇਸਟ ਹੋ ਰਿਹਾ? ਤੁਸੀਂ ਉਦੋਂ ਇਹ ਕਿਹਾ ਮੇਰਾ ਟਾਈਮ ਵੇਸਟ ਹੋ ਰਿਹਾ ਸੀ ਇਸ ਕਰਕੇ ਮੈਂ ਇਹ ਰਾਜਨੀਤੀ ਦੇ ਵਿੱਚ ਇਹ ਸਵਾਲਾਂ ਤੋਂ ਵਾਪਸ ਭੱਜਿਆ। ਤੁਸੀਂ ਭੱਜੇ ਪੰਜਾਬ ਤੋਂ, ਤੁਸੀਂ ਭਗੌੜੇ ਹੋ, ਤੁਸੀਂ ਪੰਜਾਬ ਨਾਲ ਧੋਖਾ ਕੀਤਾ ਉਦੋਂ। ਔਰ ਬਿਕਰਮ ਮਜੀਠੀਏ ਤੇ ਜਿਹੜੇ ਇਲਜ਼ਾਮ ਲੱਗੇ ਸੀ ਤੁਸੀਂ ਉਹਨਾਂ ਉੱਤੇ ਕਿਉਂ ਭੱਜੇ, ਇਹਦਾ ਜਵਾਬ ਪੰਜਾਬ ਦੇ ਲੋਕਾਂ ਨੂੰ ਦਿਓ। ਅਖੀਰਲਾ ਔਰ ਸਭ ਤੋਂ ਮਹੱਤਵਪੂਰਨ ਸਵਾਲ, ਤੁਸੀਂ ਪੰਜਾਬ ਦੇ ਵਿੱਚ ਪੰਜਾਬ ਨੂੰ ਜੋੜ ਕੇ ਰੱਖਣ ਦੀ ਗੱਲ ਆ। ਪੰਜਾਬ ਇੱਕ ਮਿਨੋਰਿਟੀ ਸਟੇਟ ਆ, ਪੰਜਾਬ ਦੇ ਵਿੱਚ ਵੱਖ-ਵੱਖ ਵਰਗ ਆ, ਪੰਜਾਬ ਇੱਕ ਭਾਈਚਾਰਕ ਸਾਂਝ ਦੀ ਉਮੀਦ ਕਰਦਾ ਵਾ। ਦਿੱਲੀ 'ਚ ਦੰਗੇ ਹੋਏ, ਦਿੱਲੀ 'ਚ ਲੋਕ ਮਰੇ, ਦਿੱਲੀ ਦੇ ਵਿੱਚ ਜਾਨਾਂ ਗਈਆਂ ਲੋਕਾਂ ਦੀਆਂ, ਉਦੋਂ ਤੁਸੀਂ ਕਿੱਥੇ ਸੀ ਕੇਜਰੀਵਾਲ ਸਾਹਿਬ? ਉਦੋਂ ਤੁਸੀਂ ਜਾ ਕੇ ਉਹਨਾਂ ਦੀ ਸਾਰ ਕਿਉਂ ਨਹੀਂ ਲਿੱਤੀ? ਉਦੋਂ ਤੁਸੀਂ ਇੱਕ ਸਮੁਦਾਇ ਨਾਲ ਖੜੇ ਕਿਉਂ ਦਿਖਦੇ ਰਹੇ? ਉਦੋਂ ਤੁਹਾਨੂੰ ਪੋਲਿਟਿਕਸ ਕਿਉਂ ਯਾਦ ਆ ਗਈ? ਤੁਹਾਡੇ 20 MLA ਸੀ, ਤੁਸੀਂ ਉਹਨਾਂ ਨੂੰ ਇਕੱਠਾ ਨਾ ਰੱਖ ਸਕੇ, ਤੁਸੀਂ ਪੰਜਾਬ ਨੂੰ ਕਿਵੇਂ ਇਕੱਠਾ ਰੱਖੋਗੇ? ਤੁਸੀਂ ਦੰਗਿਆਂ ਦੇ ਟਾਈਮ ਦੇ ਵਿੱਚ ਜਦੋਂ ਦਿੱਲੀ 'ਚ ਲੋਕ ਉੱਥੇ ਅੱਗ ਲੱਗੀ ਸੀ ਉਦੋਂ ਤੁਸੀਂ ਆਪਣੇ AC 에ਅਰ ਕੰਡੀਸ਼ਨ ਕਮਰਿਆਂ ਦੇ ਵਿੱਚ ਬੈਠ ਕੇ ਆਨੰਦ ਮਾਣ ਰਹੇ ਸੀ ਔਰ ਵੋਟਾਂ ਦੀ ਰਾਜਨੀਤੀ ਕਰ ਰਹੇ ਸੀ। ਅੱਜ ਤੱਕ ਜਿੱਥੇ ਸਭ ਤੋਂ ਵੱਡਾ ਦਿੱਲੀ ਦੇ ਵਿੱਚ ਧਰਨਾ ਲੱਗਾ, ਭਾਵੇਂ ਉਹ ਆਪਣਾ NCR ਨੂੰ ਲੈ ਕੇ ਸੀ, ਭਾਵੇਂ ਉਹ ਆਪਣਾ ਕੀ ਕਹਿੰਦੇ ਜਿਹੜਾ ਉਹ ਕਾਨੂੰਨ ਪਾਰਿਤ ਕੀਤਾ ਸੀਗਾ ਸੈਂਟਰ ਸਰਕਾਰ ਨੇ CAA ਨੂੰ ਲੈ ਕੇ, ਤੁਸੀਂ ਉਦੋਂ ਕਿਉਂ ਨਹੀਂ ਆਵਾਜ਼ ਚੱਕੀ? ਤੁਸੀਂ ਇੱਕ ਵਾਰ ਵੀ ਧਰਨੇ ਵਾਲੀ ਜਗ੍ਹਾ ਤੇ ਕਿਉਂ ਨਹੀਂ ਗਏ? ਤੁਸੀਂ ਇਹ ਜਿਹੜੀ ਵੰਡ ਕੇ ਰਾਜਨੀਤੀ ਕਰਨ ਵਾਲੀ ਗੱਲ ਕਰਦੇ ਹੋ, ਇਹ ਪੰਜਾਬ ਦੇ ਵਿੱਚ ਰਾਜਨੀਤੀ ਦੀ ਜਗ੍ਹਾ ਕੋਈ ਨਹੀਂ ਹੈਗੀ। ਇਹ ਸਾਡੇ 10 ਸਵਾਲ ਆ, ਤੁਹਾਨੂੰ ਠੀਕ ਲੱਗਦਾ ਹੋਇਆ ਤੁਸੀਂ ਇਹਨਾਂ ਦਾ ਜਵਾਬ ਦਿਓ। ਤੁਹਾਨੂੰ ਅੱਜ ਤੁਸੀਂ ਆ ਰਹੇ ਹੋ ਪੰਜਾਬ ਦੇ ਵਿੱਚ ਇੱਕ ਨਵੇਂ ਸ਼ਗੂਫੇ ਛੱਡਣ, ਨਵੀਆਂ ਗੱਲਾਂ ਛੱਡਣ, ਲੇਕਿਨ ਅਗਰ ਸਹੀ ਗੱਲ ਕਰਨਾ ਚਾਹੁੰਦੇ ਹੋ ਤੇ ਪੰਜਾਬ ਦੀ ਜੋ ਤੁਹਾਡੀ ਜਵਾਬਦੇਹੀ ਬਣਦੀ ਆ, ਤੁਸੀਂ MLA ਨੂੰ ਇਕੱਠਾ ਨਹੀਂ ਰੱਖ ਸਕੇ, ਤੁਸੀਂ ਪੰਜਾਬ ਨੂੰ ਕਿੱਥੇ ਇਕੱਠਾ ਰੱਖੋਗੇ? ਤੁਸੀਂ ਪਿਛਲੀ ਵਾਰ ਐਲੀਗੇਸ਼ਨ ਲਾਏ, ਤੁਸੀਂ ਫਿਰ ਭੱਜ ਗਏ ਔਰ ਅਗਲੀ ਵਾਰ ਨੂੰ ਜੋ ਤੁਸੀਂ ਇਹ ਗੱਲ ਕਰਦੇ ਹੋ ਤੁਸੀਂ ਕਿੱਥੇ ਤੱਕ ਖੜੋਗੇ? ਔਰ ਜਿਹੜੇ ਬਾਕੀ ਸਵਾਲ ਆ ਹੈਲਥ ਤੇ, ਐਜੂਕੇਸ਼ਨ ਤੇ, ਕਿਸਾਨਾਂ ਤੇ, ਆਪਣਾ ਕੀ ਕਹਿੰਦੇ ਤੁਹਾਡੇ ਉੱਥੋਂ ਦੇ ਇਨਫਰਾਸਟ੍ਰਕਚਰ ਤੇ, ਇਹਨਾਂ ਸਾਰਿਆਂ ਸਵਾਲਾਂ ਦੇ ਜਵਾਬ ਦਿਓ ਪੰਜਾਬ ਨੂੰ ਔਰ ਫਿਰ ਤੁਹਾਨੂੰ ਪੰਜਾਬ ਜ਼ਰੂਰ ਐਕਸੈਪਟ ਕਰੂਗਾ। ਉਸ ਤੋਂ ਪਹਿਲਾਂ ਨਹੀਂ ਤਾਂ ਤੁਹਾਨੂੰ ਇਹ ਰਾਜਨੀਤੀ ਕਰਨ ਨਹੀਂ ਦੇਵਾਂਗੇ। ਝੂਠ ਦੀ ਰਾਜਨੀਤੀ, ਪਖੰਡ ਦੀ ਰਾਜਨੀਤੀ ਪੰਜਾਬ ਦੇ ਵਿੱਚ ਅਲਾਉ ਨਹੀਂ ਕਰਾਂਗੇ। ਬਹੁਤ ਬਹੁਤ ਧੰਨਵਾਦ। ਇਹੀ ਉਮੀਦ ਕਰਦੇ ਹਾਂ ਤੁਸੀਂ ਇਹ ਦਿਓਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਿਲਹਾਲ ਭਾਵੇਂ ਸਾਰੇ ਹੀ ਸਿਆਸੀ ਵਿਰੋਧੀਆਂ ਵੱਲੋਂ ਕੇਜਰੀਵਾਲ ਦਾ ਵਿਰੋਧ ਕੀਤਾ ਜਾ ਰਿਹਾ ਹੈ, ਪਰ ਦੂਜੇ ਪਾਸੇ ਕੇਜਰੀਵਾਲ ਨੇ 3 ਵੱਡੇ ਐਲਾਨਾਂ ਨਾਲ ਪੰਜਾਬ ਦੀਆਂ ਚੋਣਾਂ 'ਚ ਸ਼ੰਖਨਾਦ ਤਾਂ ਕਰ ਹੀ ਦਿੱਤਾ ਹੈ, ਨਾਲ ਹੀ ਵਿਰੋਧੀਆਂ ਨੂੰ ਵੀ ਸੋਚੀ ਪਾ ਦਿੱਤਾ ਹੈ। ਪਰ ਜੋ ਵੀ ਹੋਵੇ ਇਹ ਤਾਂ ਹੁਣ ਪੰਜਾਬ ਦੇ ਵੋਟਰ ਹੀ ਤੈਅ ਕਰਨਗੇ।
ਕਿ ਉਹ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦੇ ਹੱਥ ਵਿੱਚ ਪੰਜਾਬ ਦੀ ਡੋਰ ਫੜਾਉਂਦੇ ਨੇ ਜਾਂ ਫਿਰ ਨਹੀਂ, ਕਿਉਂਕਿ ਕਹਿੰਦੇ ਨੇ ਕਿ ਸਿਆਸਤ ਵਿੱਚ ਕੁਝ ਵੀ ਨਾਮੁਮਕਿਨ ਨਹੀਂ ਹੈ। ਵੋਟਰ ਕਦੋਂ ਕਿਸ ਦੇ ਹੱਕ ਵਿੱਚ ਭੁਗਤ ਜਾਣ ਜਾਂ ਫਿਰ ਕਿਸ ਨੂੰ ਖੁੰਝੇ ਲਾ ਜਾਣ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।